ਹੈਲੋ ਸਟੂਡੈਂਟਸ, ਵੈਲਕਮ ਟੂ ਕੁੱਬਾ ਲਰਨੋਲੋਜੀ ਫ੍ਰੀ ਐਜੂਕੇਸ਼ਨਲ ਚੈਨਲ। ਵਿਦਿਆਰਥੀ ਸਾਥੀਓ, ਜਿਵੇਂ ਕਿ ਤੁਸੀਂ ਸਾਡੇ ਚੈਨਲ ਉੱਪਰ ਵੱਖ-ਵੱਖ ਪੇਪਰਾਂ ਦੀ ਪ੍ਰੈਪਰੇਸ਼ਨ ਕਰ ਰਹੇ ਹੋ ਔਰ ਆਪਾਂ ਕਰ ਰਹੇ ਹਾਂ ਹਿਸਟਰੀ ਲੈਕਚਰਾਰ ਦੀ ਤਿਆਰੀ ਔਰ ਜਾਂ ਗੱਲ ਕਰੀਏ ਮਾਸਟਰ ਕੈਡਰ SST ਦੀ। ਠੀਕ ਹੈ ਜੀ। ਇਸ ਤੋਂ ਪਹਿਲਾਂ ਸਟੂਡੈਂਟਸ ਅਸੀਂ ਮਾਡਰਨ ਇੰਡੀਆ ਹਿਸਟਰੀ ਹੈ ਜਿਹੜੀ ਉਹ ਕੰਪਲੀਟ ਕੀਤੀ। ਜੇਕਰ ਕਿਸੇ ਸਟੂਡੈਂਟ ਨੇ ਹਜੇ ਤੱਕ ਮਾਡਰਨ ਇੰਡੀਆ ਹਿਸਟਰੀ ਯਾਨੀ ਕਿ ਆਧੁਨਿਕ ਭਾਰਤ ਦਾ ਇਤਿਹਾਸ ਨਹੀਂ ਪੜ੍ਹੀ ਤਾਂ ਉਹ ਸਾਡੇ ਚੈਨਲ ਦੇ ਉੱਪਰ ਮਾਡਰਨ ਇੰਡੀਆ ਹਿਸਟਰੀ ਨੇਮ ਦੀ ਪਲੇਲਿਸਟ ਖੋਲ੍ਹ ਕੇ ਲਗਭਗ ਉਹਦੇ 'ਚ 25 ਵੀਡੀਓਜ਼ ਨੇ ਯਾਨੀ ਕਿ 25 ਵੀਡੀਓਜ਼ ਨੇ, ਉੱਥੋਂ ਆਪਣੀ ਤਿਆਰੀ ਕਰ ਸਕਦਾ ਹੈ। ਔਰ ਇਹ ਚੈਨਲ ਬਣਾਇਆ ਗਿਆ ਸੀ NTT ਦੇ ਸਟੂਡੈਂਟਸ ਲਈ। ਆਪਾਂ ਜਦੋਂ NTT ਦਾ ਕੋਰਸ ਜਿਹੜਾ ਜ਼ਿਆਦਾ ਬੁਲੰਦੀਆਂ ਛੂਹ ਰਿਹਾ ਸੀ ਤਾਂ ਉਦੋਂ ਆਪਾਂ ਫ੍ਰੀ ਦੇ ਵਿੱਚ ਤਿਆਰੀ ਕਰਵਾਈ ਸੀ ਇਸੇ ਚੈਨਲ ਦੇ ਉੱਪਰ। ਔਰ ਉਮੀਦ ਹੈ ਇਹ ਚੈਨਲ ਹੈ ਜਿਹੜਾ ਤੁਹਾਡੇ ਲਈ ਫ੍ਰੀ ਸੇਵਾ ਕਰਦਾ ਰਹੇਗਾ। ਇਹ ਚੈਨਲ ਮੇਰਾ ਖੁਦ ਦਾ ਨਹੀਂ, ਇਹ ਚੈਨਲ ਤੁਹਾਡਾ ਆਪਣਾ ਹੈ। ਠੀਕ ਹੈ ਜੀ। ਤਾਂ ਆਪਣੀ ਜ਼ਿੰਮੇਵਾਰੀ ਸਮਝ ਕੇ ਵੱਧ ਤੋਂ ਵੱਧ ਇਸ ਵੀਡੀਓ ਦੇ ਲਿੰਕ ਨੂੰ ਸ਼ੇਅਰ ਕੀਤਾ ਜਾਵੇ ਤਾਂ ਕਿ ਵੱਧ ਤੋਂ ਵੱਧ ਜਿਹੜੇ ਬੱਚੇ ਆ ਸਾਡੇ ਨਾਲ ਲਾਈਵ ਜੁੜ ਸਕਣ। ਔਰ ਸਟੂਡੈਂਟਸ, ਲਾਈਵ ਦਾ ਤੁਹਾਡਾ ਕੀ ਹੁੰਦਾ ਕਿ ਲਾਈਵ ਦੇ ਵਿੱਚ ਨਾ ਤੁਸੀਂ ਵਧੀਆ ਆਪਣੇ ਵੱਲੋਂ ਦੀ ਬੈਸਟ ਕਰ ਪਾਉਂਦੇ ਹੋ। ਔਰ ਜੇਕਰ ਤੁਸੀਂ ਸੈਸ਼ਨ ਬਾਅਦ 'ਚ ਲਾਉਂਦੇ ਹੋ, ਤਿਆਰੀ ਤਾਂ ਤੁਹਾਡੀ ਵਧੀਆ ਹੋ ਜਾਂਦੀ ਹੈ, ਪਰ ਤੁਸੀਂ ਆਪਣੀ ਤਿਆਰੀ ਪਰਖ ਨਹੀਂ ਸਕਦੇ। ਤਾਂ ਪਰਖ ਕਦੋਂ ਸਕਦੇ ਹੋ? ਸਿਰਫ ਜਦੋਂ ਲਾਈਵ ਚੱਲ ਰਿਹਾ ਹੁੰਦਾ। ਤਾਂ ਇਸ ਕਰਕੇ ਸਾਰੇ ਸਟੂਡੈਂਟਸ ਨੂੰ ਇਹੀ ਰਿਕੁਐਸਟ ਹੈ ਕਿ ਮੋਸਟਲੀ ਟਾਈਮ 'ਤੇ 9 ਵਜੇ ਆਪਣਾ ਸਮਾਂ ਕੱਢ ਕੇ ਲਾਈਵ ਜੁੜਨ ਦੀ ਕੋਸ਼ਿਸ਼ ਕਰਿਆ ਕਰੋ। ਚਲੋ ਜੀ, ਆਪਾਂ ਸ਼ੁਰੂਆਤ ਕਰਦੇ ਹਾਂ ਜੀ। ਅੱਜ ਦਾ ਸਾਡੇ ਕੋਲ ਟੌਪਿਕ ਹੈ ਵਿਜੇਨਗਰ ਸਾਮਰਾਜ। ਦੇਖੋ ਜੀ, ਆਪਾਂ ਮੱਧਕਾਲ ਭਾਰਤ ਦਾ ਇਤਿਹਾਸ ਪੜ੍ਹਿਆ ਤਾਂ ਆਪਾਂ ਕੋਈ ਵੀ ਪੁਆਇੰਟ ਹੈ ਜਿਹੜਾ ਨਹੀਂ ਛੱਡਣਾ ਜਿਹੜਾ ਕਿ ਮੱਧਕਾਲ ਯਾਨੀ ਕਿ ਮੈਡੀਵਲ ਇੰਡੀਆ 'ਚੋਂ ਰਹਿ ਜੇ। ਤਾਂ ਇਸ ਕਰਕੇ ਆਪਾਂ ਤਕਰੀਬਨ ਸਿਲੇਬਸ ਜਿਹੜਾ ਉਹ ਕੰਪਲੀਟ ਕਰੀ ਬੈਠੇ ਹਾਂ। ਬਸ 2-4 ਟੌਪਿਕ ਜਿਹੜੇ ਰਹਿੰਦੇ ਆ ਉਹਨਾਂ ਨੂੰ ਕੰਪਲੀਟ ਕਰ ਰਹੇ ਹਾਂ। ਅੱਜ ਸਟੂਡੈਂਟਸ ਆਪਾਂ ਪੜ੍ਹਾਂਗੇ ਵਿਜੇਨਗਰ ਸਾਮਰਾਜ ਦੇ ਬਾਰੇ ਵਿੱਚ। ਹੁਣ ਵਿਜੇਨਗਰ ਕੀ ਸੀ, ਕਿਉਂ ਹੋਂਦ ਦੇ ਵਿੱਚ ਆਇਆ, ਕਿਹਨਾਂ ਨੇ ਇਸ ਦੀ ਸਥਾਪਨਾ ਕੀਤੀ, ਇਹ ਸਾਰਾ ਕੁਝ ਆਪਾਂ ਇਸ ਵੀਡੀਓ ਦੇ ਵਿੱਚ ਜਾਣਾਂਗੇ। ਔਰ ਨਾਲ ਹੀ ਇਸ ਤੋਂ ਪਹਿਲਾਂ ਆਪਾਂ ਥੋੜਾ ਥਿਊਰੀ ਵਰਕ ਵੀ ਕੰਪਲੀਟ ਕਰਦੇ ਹਾਂ। ਸਟੂਡੈਂਟਸ ਦੇਖੋ, ਸਭ ਤੋਂ ਪਹਿਲਾਂ ਆਪਾਂ ਨੂੰ ਪਤਾ ਹੈ ਕਿ ਮਹਿਮੂਦ ਗਜ਼ਨਵੀ, ਮੁਹੰਮਦ ਗੌਰੀ, ਇਹਨਾਂ ਤੋਂ ਬਾਅਦ ਦਿੱਲੀ ਸਲਤਨਤ ਚੱਲ ਪੈਂਦੀ ਆ। ਕਿਹੜੀ ਸਲਤਨਤ? ਦਿੱਲੀ ਸਲਤਨਤ। ਤਾਂ ਦਿੱਲੀ ਸਲਤਨਤ 'ਚ ਕੀ ਹੁੰਦਾ, 5 ਜਿਹੜੇ ਨੇ ਸਮਰਾਟ ਜਾਂ 5 ਜਿਹੜੇ ਆ ਵੰਸ਼ ਆਉਂਦੇ ਆ। ਠੀਕ ਹੈ ਜੀ। ਸਭ ਤੋਂ ਪਹਿਲੇ ਦੀ ਜੇਕਰ ਗੱਲ ਕਰੀਏ ਆਪਾਂ, ਸਭ ਤੋਂ ਪਹਿਲਾਂ ਦੀ ਜੇਕਰ ਗੱਲ ਕਰੀਏ ਆਪਾਂ ਤਾਂ ਉਹ ਕਿਹੜਾ ਸੀਗਾ? ਗੁਲਾਮ ਵੰਸ਼। ਠੀਕ ਹੈ ਜੀ। ਫਿਰ ਕਿਹੜਾ ਆ ਜਾਂਦਾ ਜੀ ਦੂਜੇ ਨੰਬਰ ਤੇ? ਖਿਲਜੀ ਵੰਸ਼। ਫਿਰ ਤੀਜੇ ਨੰਬਰ ਤੇ ਕਿਹੜਾ ਆ ਜਾਂਦਾ? ਤੁਗਲਕ। ਫਿਰ ਕਿਹੜਾ ਚੌਥੇ ਤੇ ਆਪਣੇ ਕੋਲੇ? ਸੈਯਦ। ਔਰ 5ਵੇਂ ਨੰਬਰ ਤੇ ਆਪਣੇ ਕੋਲੇ ਕੀ ਸੀ? ਲੋਧੀ ਵੰਸ਼। ਤਾਂ ਸਭ ਤੋਂ ਜ਼ਿਆਦਾ ਜੇਕਰ ਕੰਮਾਂ ਦੀ ਗੱਲ ਕਰੀਏ ਤਾਂ ਤਿੰਨਾਂ ਨੇ ਕੀਤੇ ਸੀ, ਗੁਲਾਮ ਵੰਸ਼, ਖਿਲਜੀ ਵੰਸ਼ ਤੇ ਤੁਗਲਕ ਨੇ। ਸੈਯਦ ਤੇ ਲੋਧੀ ਤਾਂ ਸਿਰਫ ਕੀ ਸੀਗੇ? ਨਾਮ ਦੇ ਸੀ। ਠੀਕ ਹੈ ਜੀ। ਬਸ ਆਪਾਂ ਇਹ ਕਹਿ ਸਕਦੇ ਹਾਂ ਗਜੇ ਸਿਕੰਦਰੀ ਸੀ ਜਿਹੜਾ, ਸਿਕੰਦਰ ਲੋਧੀ ਸੀ ਜਿਹੜਾ ਜਿਸ ਨੇ ਕਿ ਗਜੇ ਸਿਕੰਦਰੀ ਜਿਹੜਾ ਹੋਂਦ ਦੇ ਵਿੱਚ ਲਿਆਂਦਾ ਸੀ ਪੈਮਾਨੇ ਦੇ ਵਾਸਤੇ ਯਾਨੀ ਕਿ ਮਿਣਨ ਦੇ ਵਾਸਤੇ। ਔਰ ਇਹਨਾਂ 'ਚ ਆਪਾਂ ਸਾਰਾ ਕੁਝ ਪੜ੍ਹ ਲਿਆ ਸੀ। ਪਰ ਜਿਹੜਾ ਤੁਗਲਕ ਹੈ ਨਾ, ਤੁਗਲਕ ਵੰਸ਼, ਇਹਦਾ ਬੋਲ ਬਾਲਾ ਹੁਣ ਆਪਾਂ ਨੂੰ ਪਤਾ ਦਿੱਲੀ ਸਲਤਨਤ ਦਾ ਉੱਤਰ ਦੇ ਇਲਾਕਿਆਂ 'ਚ ਹੋਏਗਾ। ਠੀਕ ਹੈ ਜੀ। ਉੱਤਰ ਦੇ ਇਲਾਕਿਆਂ 'ਚ ਆਪਾਂ ਦੇਖੋ ਥੋੜ੍ਹਾ ਮੈਪ ਦੇ ਤੌਰ 'ਤੇ ਵੀ ਆਪਾਂ ਜਾਣਦੇ ਹਾਂ। ਇਸ ਤਰ੍ਹਾਂ ਆਪਣੇ ਇੰਡੀਆ ਦਾ ਮੈਪ ਆ। ਦੇਖੋ ਜੀ, ਇੱਥੇ ਜੇ ਆਪਣੇ ਕੋਲੇ ਦਿੱਲੀ ਦੇ ਵਿੱਚ ਰਾਜ ਸੀ ਮੁਹੰਮਦ ਬਿਨ ਤੁਗਲਕ ਦਾ। ਹੁਣ ਉਹ ਚਾਹੁੰਦਾ ਸੀ ਕਿ ਮੇਰਾ ਰਾਜ ਹੋਰ ਜਗ੍ਹਾ 'ਤੇ ਵੀ ਫੈਲੇ। ਤਾਂ ਉਹ ਕੀ ਕਰਦਾ, ਆਪਣੀ ਸੈਨਾ ਭੇਜ ਦਿੰਦਾ ਦੱਖਣ ਦੇ ਇਲਾਕਿਆਂ 'ਚ ਯਾਨੀ ਕਿ ਕਰਨਾਟਕ ਦੇ ਖੇਤਰ 'ਚ। ਤਾਂ ਇੱਥੇ ਕਾਕਤੀਆ ਰਾਜੇ ਦੇ ਨਾਲ ਕੀ ਹੈ? ਯੁੱਧ ਹੁੰਦਾ। ਠੀਕ ਹੈ ਜੀ। ਕਾਕਤੀਆ ਵਾਰੰਗਲ। ਤਾਂ ਉੱਥੇ ਕੀ ਹੈ? 2 ਭਰਾ ਨੇ ਸਕੇ। ਕੌਣ ਸੀ? 2 ਭਰਾ। 2 ਭਰਾ ਸੀਗੇ ਜੀ। ਪਹਿਲਾ ਸੀਗਾ ਹਰੀਹਰ ਔਰ ਦੂਜਾ ਕੌਣ ਸੀ? ਬੁੱਕੇ ਜਾਂ ਬੁੱਕਾ ਬੋਲ ਦਿੰਦੇ ਆ। ਇਹਨਾਂ ਨੂੰ ਕੈਦ ਕਰਕੇ ਲੈ ਜਾਇਆ ਜਾਂਦਾ ਔਰ ਕੈਦ ਕਰਨ ਤੋਂ ਬਾਅਦ ਕੀ ਹੈ? ਇਹਨਾਂ ਨੂੰ ਦਿੱਲੀ ਜਿਹੜਾ ਪੇਸ਼ ਕੀਤਾ ਜਾਂਦਾ। ਠੀਕ ਹੈ ਜੀ।
ਦਿੱਲੀ ਜਿਹੜਾ ਪੇਸ਼ ਕਰ ਦਿੱਤਾ ਜਾਂਦਾ। ਤਾਂ ਉੱਥੇ ਕੀ ਹੁੰਦਾ, ਉੱਥੇ ਇਹਨਾਂ ਨੂੰ ਇੱਥੇ ਦਿੱਲੀ ਦੇ ਵਿੱਚ ਫੋਰਸ ਕੀਤਾ ਜਾਂਦਾ, ਧੱਕਾ ਕੀਤਾ ਜਾਂਦਾ ਕਿ ਤੁਸੀਂ ਜਿਹੜਾ ਇਸਲਾਮ ਕਬੂਲ ਕਰੋ। ਕਿਸ ਨੂੰ ਕਬੂਲ ਕਰੋ? ਇਸਲਾਮ ਨੂੰ। ਹੁਣ ਦੇਖੋ ਇਹ ਕਬੂਲ ਕਰਨ ਦੇ ਹੱਕ 'ਚ ਨਹੀਂ ਸੀ, ਪਰ ਇਹਨਾਂ ਨੂੰ ਦਿਸਦਾ ਹੈ ਕਿ ਜੇਕਰ ਨਾ ਕੀਤਾ ਤਾਂ ਹੋ ਸਕਦਾ ਸਾਨੂੰ ਮਰਵਾ ਦੇਵੇ ਮੁਹੰਮਦ ਬਿਨ ਤੁਗਲਕ। ਤਾਂ ਇਹ ਇਸਲਾਮ ਕਬੂਲ ਕਰਕੇ ਫਿਰ ਕਰਨਾਟਕ ਪਰਤਦੇ ਨੇ। ਹੁਣ ਮੁਹੰਮਦ ਬਿਨ ਤੁਗਲਕ ਇਹਨਾਂ ਦੀ ਜ਼ਿੰਮੇਵਾਰੀ ਲਾ ਦਿੰਦਾ ਕਿ ਤੁਸੀਂ ਕਰਨਾਟਕ ਜਿਹੜਾ ਜਿੱਤ ਕੇ ਆਉਣਾ, ਠੀਕ ਹੈ। ਤਾਂ ਇੱਥੇ ਆ ਕੇ ਆਪਣੇ ਸੰਤ ਕੋਲੋਂ, ਇਹਨਾਂ ਦਾ ਸੰਤ ਕੌਣ ਸੀਗਾ? ਵਿਦਿਆ ਅਰण्य। ਇਹ ਆਪਣੇ ਸੰਤ ਕੋਲੋਂ ਆਸ਼ੀਰਵਾਦ ਲੈਂਦੇ ਨੇ। ਸੰਤ ਕਹਿੰਦਾ ਵੀ ਤੁਸੀਂ ਇਹ ਕੰਮ ਨਹੀਂ ਕਰਨਾ ਗਾ, ਠੀਕ ਹੈ। ਤਾਂ ਤੁਸੀਂ ਕੀ ਹੈ, ਮੁਹੰਮਦ ਬਿਨ ਤੁਗਲਕ ਤੋਂ ਆਪਣਾ ਨਾਤਾ ਤੋੜ ਕੇ ਆਓ। ਇਹ ਫਿਰ ਜਾਂਦੇ ਆ, ਉੱਥੇ ਯੁੱਧ ਹੁੰਦਾ, ਇਹਨਾਂ ਨੂੰ ਨਾਤਾ ਤੋੜ ਕੇ ਫਿਰ ਦੱਖਣੀ ਭਾਰਤ 'ਚ ਆ ਜਾਂਦੇ ਆ। ਔਰ ਇੱਥੇ ਆ ਕੇ ਕੀ ਆ, ਇੱਕ ਸਾਮਰਾਜ ਦੀ ਰਚਨਾ ਕਰਦੇ ਆ ਜਿਸ ਦਾ ਨਾਮ ਰੱਖਿਆ ਗਿਆ ਸੀ ਵਿਜੇਨਗਰ, ਠੀਕ ਹੈ ਜੀ, ਵਿਜੇਨਗਰ। ਔਰ ਨਾਲ ਹੀ ਇਹ ਕੀ ਕਰਦੇ ਨੇ, ਆਪਣਾ ਵੰਸ਼ ਹੈ ਜਿਹੜਾ ਅਲੱਗ ਤੋਂ ਚਲਾ ਲੈਂਦੇ ਨੇ। ਉਹ ਜਿਹੜਾ ਵੰਸ਼ ਇਹਨਾਂ ਨੇ ਚਲਾਇਆ ਸੀ ਤਾਂ ਉਹ ਆਪਣੇ ਪਿਤਾ ਦੇ ਨਾਮ ਤੋਂ ਚਲਾਉਂਦੇ ਨੇ, ਸੰਗਮ ਵੰਸ਼। ਤਾਂ ਇਸ ਤਰੀਕੇ ਦੇ ਨਾਲ ਸੀਗੀ ਆਪਣੀ ਵਿਜੇਨਗਰ ਸਾਮਰਾਜ ਦੀ ਕਹਾਣੀ। ਤਾਂ ਆਪਾਂ ਸਾਰਾ ਡੈਪਥ ਦੇ ਨਾਲ ਜਾਣਾਂਗੇ ਵਿਜੇਨਗਰ ਦੇ ਬਾਰੇ। ਔਰ ਸਟੂਡੈਂਟ ਇੱਕ ਗੱਲ ਹੋਰ ਯਾਦ ਰੱਖਣਾ, ਸੰਗਮ ਵੰਸ਼ ਤੋਂ ਬਾਅਦ ਇੱਥੇ ਹੋਰ ਵੀ ਵੰਸ਼ ਜਿਹੜੇ ਨੇ ਪ੍ਰਫੁੱਲਿਤ ਹੋਏ ਸੀ, ਚਾਹੇ ਉਹ ਸਾਲੂ ਵੰਸ਼ ਹੋਵੇ। ਕਿਹੜਾ? ਸਾਲੂ, ਠੀਕ ਹੈ ਜੀ। ਜੇਕਰ ਸਾਲੁਬ ਦੀ ਗੱਲ ਕਰੀਏ ਜਾਂ ਫਿਰ ਤੁਗਲਕ ਦੀ ਗੱਲ ਕਰੀਏ, ਤੁਗਲਕ ਵੀ ਬੋਲ ਦਿੰਦੇ ਆ, ਬ ਨਾਲ ਵੀ ਹੈ ਤੇ ਵ ਨਾਲ ਵੀ ਹੈ, ਠੀਕ ਹੈ ਜੀ। ਔਰ ਨਾਲ ਹੀ ਜਾਂ ਫਿਰ ਗੱਲ ਕਰੀਏ ਆਪਾਂ ਅਰਾਵਿਡ, ਠੀਕ ਹੈ ਜੀ, ਅਰਾਵਿਡ। ਤਾਂ ਇਹ ਸਾਰੇ ਵੰਸ਼ ਸੀਗੇ ਵਿਜੇਨਗਰ ਸਾਮਰਾਜ ਦੇ ਵਿੱਚ ਕੀ ਨੇ, ਵੱਧਦੇ ਫੁੱਲਦੇ ਨੇ। ਚਲੋ ਜੀ ਆਪਾਂ ਅੱਜ ਦੇ ਆਪਣੇ ਕੁਐਸਚਨਾਂ ਦੀ ਸ਼ੁਰੂਆਤ ਕਰਦੇ ਹਾਂ। ਸਟੂਡੈਂਟ ਸਾਡੇ ਕੋਲੇ ਅੱਜ ਦਾ ਪਹਿਲਾ ਪ੍ਰਸ਼ਨ ਹੈ, ਵਿਜੇਨਗਰ ਸਾਮਰਾਜ ਦੀ ਸਥਾਪਨਾ ਕਦੋਂ ਹੋਈ? ਤਾਂ ਦੱਸੋ ਜੀ, ਵਿਜੇਨਗਰ ਸਾਮਰਾਜ ਦੀ ਸਥਾਪਨਾ ਕਦੋਂ ਹੋਈ ਸੀ? 1335 ਚ, 1336 ਚ, 1337 ਜਾਂ 1338 ਦੇ ਵਿੱਚ। ਤਾਂ ਦੇਖੋ ਜੀ ਰਾਈਟ ਆਪਸ਼ਨ ਕੀ ਹੋ ਜਾਏਗੀ? ਬੀ 1336 ਚ। ਕਿਸ ਨੇ ਕੀਤੀ ਸੀ? ਹਰੀਹਰ ਤੇ ਬੁੱਕਾ ਨਾਮ ਦੇ ਦੋ ਭਰਾਵਾਂ ਨੇ। ਔਰ ਇਹ ਟੋਟਲ ਪਰਿਵਾਰਕ ਮੈਂਬਰ ਕਿੰਨੇ ਸੀਗੇ? ਇਹ ਸੀਗੇ ਜੀ 5। ਇਹ ਚੀਜ਼ ਤੁਸੀਂ ਯਾਦ ਰੱਖ ਲੈਣੀ ਹੈ। ਅੱਗੇ ਹੈ ਜੀ ਆਪਣੇ ਕੋਲੇ ਅੱਜ ਦਾ ਦੂਜਾ ਪ੍ਰਸ਼ਨ ਹੈ, ਵਿਜੇਨਗਰ ਦਾ ਸ਼ਾਬਦਿਕ ਅਰਥ ਕੀ ਹੈ? ਦੱਸੋ ਜੀ ਕੀ ਹੋਏਗਾ? ਤਾਂ ਵਿਜੇਨਗਰ ਦਾ ਸ਼ਾਬਦਿਕ ਅਰਥ ਕੀ ਹੈ ਜੀ? ਜਿੱਤ ਦਾ ਸ਼ਹਿਰ। ਵਿਜੇ ਮਤਲਬ ਜਿੱਤਣਾ, ਠੀਕ ਹੈ, ਵਿਕਟਰੀ। ਅੱਗੇ ਹੈ ਜੀ, ਹਰੀਹਰ ਅਤੇ ਬੁੱਕਾ ਨੇ ਕਿਸ ਦਾ ਆਸ਼ੀਰਵਾਦ ਪ੍ਰਾਪਤ ਕਰਕੇ ਵਿਜੇਨਗਰ ਦੀ ਸਥਾਪਨਾ ਕੀਤੀ? ਪਹਿਲਾ ਸੀਗਾ ਆਪਣੇ ਕੋਲੇ ਸੰਤ ਵਿਦਿਆ, ਇੱਥੇ ਆਉਣਾ ਸੀ ਸੰਤ ਵਿਦਿਆ ਅਰण्य, ਠੀਕ ਹੈ ਜੀ। ਬੀ ਤੇ ਆ ਸੰਤ ਵਿਜੇ ਖਾਨ, ਸੀ ਤੇ ਸੰਤ ਵਿਜੇ ਉਸਾਜ, ਡੀ ਤੇ ਆ ਸੰਤ ਵਿਜੇ ਉਜਵਲ। ਤਾਂ ਇਹ ਆਪਸ਼ਨ ਸਟੂਡੈਂਟਸ ਇੱਥੇ ਬਿਲਕੁਲ ਸਹੀ ਹੋ ਜਾਏਗੀ। ਸੰਤ ਵਿਦਿਆ ਅਰण्य ਸੀਗੇ ਜਿਨ੍ਹਾਂ ਦਾ ਆਸ਼ੀਰਵਾਦ ਪ੍ਰਾਪਤ ਕਰਕੇ ਵਿਜੇਨਗਰ ਦੀ ਸਥਾਪਨਾ ਕੀਤੀ ਜਾਂਦੀ ਹੈ। ਅੱਗੇ ਹੈ ਜੀ, ਹਰੀਹਰ ਅਤੇ ਬੁੱਕਾ ਨੇ ਕਿਸ ਰਾਜਵੰਸ਼ ਦੀ ਨੀਂਹ ਰੱਖੀ? ਤਾਂ ਦੱਸੋ ਜੀ ਕਿਹੜਾ ਵੰਸ਼ ਬਣਾਇਆ ਸੀਗਾ ਉਹਨਾਂ ਨੇ? ਆਪਣੇ ਕੋਲੇ ਆਪਸ਼ਨਾਂ ਨੇ ਸਟੂਡੈਂਟਸ, ਹਰੀਹਰ ਰਾਜਵੰਸ਼, ਗੌਤਮੀ ਰਾਜਵੰਸ਼, ਬੁੱਕਾ ਰਾਜਵੰਸ਼ ਜਾਂ ਫਿਰ ਡੀ ਤੇ ਸੰਗਮੀ ਰਾਜਵੰਸ਼। ਤਾਂ ਦੇਖੋ ਜੀ ਸੰਗਮ ਰਾਜਵੰਸ਼ ਸੀ ਜਿਹੜਾ ਆਪਣੇ ਪਿਓ ਦੇ ਨਾਮ ਤੇ ਜਿਹੜੇ ਹਰੀਹਰ ਤੇ ਬੁੱਕਾ ਨੇ ਇਹ ਕ੍ਰੀਏਟ ਕਰਦੇ ਨੇ, ਯਾਨੀ ਕਿ ਬਣਾਉਂਦੇ ਨੇ। ਅੱਗੇ ਵਧਦੇ ਹਾਂ ਜੀ। ਅੱਗੇ ਹੈ ਵਿਜੇਨਗਰ ਸਾਮਰਾਜ ਦੀ ਰਾਜਧਾਨੀ ਕਿਹੜੀ ਸੀ? ਤਾਂ ਦੇਖੋ ਵਿਜੇਨਗਰ ਤੋਂ ਸਾਰੇ ਸਟੂਡੈਂਟਾਂ ਨੂੰ ਭੁਲੇਖਾ ਪਾਉਣ ਦੇ ਲਈ ਰਾਜਸਥਾਨ ਦੇ ਜਿਹੜੇ ਨੇ ਇਲਾਕੇ ਜ਼ਰੂਰ ਲਿਖਣਗੇ, ਕਿਉਂਕਿ ਰਾਜਸਥਾਨ ਦੇ ਵਿੱਚ ਵੀ ਇੱਕ ਵਿਜੇਨਗਰ ਸ਼ਹਿਰ ਹੈਗਾ। ਤਾਂ ਇਸ ਕਰਕੇ ਕੋਈ ਵੀ ਸਟੂਡੈਂਟ ਇਹ ਭੁਲੇਖਾ ਨਾ ਖਾਵੇ ਕਿ ਵਿਜੇਨਗਰ ਦੀ ਰਾਜਧਾਨੀ ਜਿਹੜੀ ਹੈ ਜਾਂ ਰਾਜਸਥਾਨ ਵਾਲੀ ਹੋਵੇਗੀ ਜਾਂ ਰਾਜਸਥਾਨ ਦੇ ਕਿਸੇ ਖੇਤਰ ਦੀ ਹੋਵੇਗੀ। ਤਾਂ ਨਹੀਂ ਸਟੂਡੈਂਟਸ, ਵਿਜੇਨਗਰ ਸਾਮਰਾਜ ਹੈ ਜਿਹੜਾ ਕਰਨਾਟਕਾ ਖੇਤਰ ਦਾ, ਇਸ ਕਰਕੇ ਰਾਜਧਾਨੀ ਵੀ ਉਧਰ ਦੀ ਹੋਏਗੀ। ਤਾਂ ਆਪਣੇ ਕੋਲੇ ਆਪਸ਼ਨ ਹੈ ਜੀ ਜੈਪੁਰ, ਮੇਵਾੜ, ਅਲਵਰ ਤੇ ਹੰਪੀ। ਤਾਂ ਆਪਣੇ ਕੋਲੇ ਰਾਈਟ ਆਪਸ਼ਨ ਕੀ ਹੋ ਜਾਏਗੀ? ਡੀ ਆਪਸ਼ਨ ਸਟੂਡੈਂਟਸ ਇੱਥੇ ਬਿਲਕੁਲ ਸਹੀ ਹੋ ਜਾਏਗੀ, ਹੰਪੀ ਸੀਗੀ। ਔਰ ਇਹ ਜੇਕਰ ਗੱਲ ਕਰੀਏ
ਕਿਹੜੀ ਨਦੀ ਦੇ ਕਿਨਾਰੇ ਸਥਿਤ ਸੀ। ਦੇਖੋ ਆਪਾਂ ਡੈਪਥ ਦੇ ਨਾਲ ਜਾਣਨਾ, ਮੈਂ ਬਣਾਉਣ ਨੂੰ ਇੱਕੋ ਕੁਐਸਚਨ ਦੇ 5-5 6-6 ਪੁਆਇੰਟ ਬਣਾ ਸਕਦਾ ਸੀ, ਪਰ ਮੇਰਾ ਇਹੀ ਹੁੰਦਾ ਕਿ ਇੱਕ ਕੁਐਸਚਨ ਦੇ ਵਿੱਚ ਆਪਾਂ ਵੱਧ ਤੋਂ ਵੱਧ ਢੇਰ ਸਾਰਾ ਗਿਆਨ ਹੈ ਜਿਹੜਾ ਹਾਸਲ ਕਰੀਏ। ਤਾਂ ਦੇਖੋ ਹੰਪੀ ਜਿਹੜੀ ਸੀ ਇਹ ਕਿਹੜੀ ਨਦੀ ਦੇ ਤੱਟ ਤੇ ਹੈ, ਠੀਕ ਹੈ, ਰਾਜਧਾਨੀ। ਇਸ ਤਰ੍ਹਾਂ ਵੀ ਪ੍ਰਸ਼ਨ ਆ ਸਕਦਾ ਹੈ ਵਿਜੇਨਗਰ ਸਾਮਰਾਜ ਕਿਹੜੀ ਨਦੀ ਦੇ ਤੱਟ ਤੇ ਹੈ, ਤਾਂ ਇਹ ਵੀ ਆ ਸਕਦਾ ਹੈ। ਤਾਂ ਇਹ ਕਿਹੜੀ ਨਦੀ ਹੈ ਜੀ, ਤੁੰਗਭਦਰਾ, ਯਾਦ ਰੱਖ ਲੈਣਾ, ਤੁੰਗਭਦਰਾ, ਠੀਕ ਹੈ, ਜਾਂ ਤੁੰਗਭਦਰਾ ਵੀ ਕਹਿ ਦਿੰਦੇ ਆ। ਤੁੰਗਭਦਰਾ ਨਾਮ ਦੀ ਜਿਹੜੀ ਸੀਗੀ ਰਿਵਰ ਹੈ, ਨਦੀ ਹੈ, ਉਸ ਦੇ ਕੰਢੇ ਦੇ ਉੱਪਰ ਸਥਿਤ ਹੈ। ਔਰ ਨਾਲ ਹੀ ਇੱਕ ਗੱਲ ਹੋਰ ਯਾਦ ਰੱਖ ਲਓ, ਇੱਥੇ ਲੈਂਗੁਏਜ ਕਿਹੜੀ ਬੋਲੀ ਜਾਂਦੀ ਹੈ, ਤਾਂ ਉਹ ਹੈਗੀ ਹੈ ਜੀ ਤੇਲਗੂ। ਦੇਖੋ ਤਾਮਿਲ ਤੋਂ ਭੁਲੇਖਾ ਨਹੀਂ ਖਾਣਾ, ਤਾਮਿਲ ਜਿਹੜੀ ਹੈ ਤਾਮਿਲਨਾਡੂ 'ਚ ਬੋਲੀ ਜਾਂਦੀ ਹੈ, ਇੱਥੇ ਤੇਲਗੂ ਹੈ, ਠੀਕ ਹੈ। ਇਸ ਤਰੀਕੇ ਦੇ ਨਾਲ ਤੁਸੀਂ ਯਾਦ ਰੱਖ ਸਕਦੇ ਹੋ। ਚਲੋ ਜੀ ਅੱਗੇ ਵਧਦੇ ਹਾਂ। ਅੱਗੇ ਸਟੂਡੈਂਟਸ ਆਪਣੇ ਕੋਲੇ ਵੇਦ ਮਾਰਗ ਦੀ ਉਪਾਧੀ ਕਿਸ ਨੇ ਧਾਰਨ ਕੀਤੀ। ਵੇਦ ਮਾਰਗ ਪ੍ਰਤਿਸ਼ਠਾਪਕ ਟੋਟਲ ਹੁੰਦਾ ਹੈ, ਵੈਸੇ ਵੇਦ ਮਾਰਗ ਵੀ ਲਿਖਿਆ ਜਾਂਦਾ। ਬੁੱਕਾ ਪਹਿਲੇ ਨੇ, ਹਰੀਹਰ ਦੂਜੇ ਨੇ, ਬੁੱਕਾ ਦੂਜੇ ਨੇ, ਜਾਂ ਫਿਰ ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਦੇਖੋ ਜੀ ਬੁੱਕਾ ਪਹਿਲੇ ਸੀ ਜਿਹੜੇ ਕਿ ਵੇਦ ਮਾਰਗ ਦੀ ਉਪਾਧੀ ਹਾਸਲ ਜਾਂ ਧਾਰਨ ਕਰਦੇ ਨੇ। ਅੱਗੇ ਸਟੂਡੈਂਟਸ ਆਪਣੇ ਕੋਲੇ ਅੱਜ ਦਾ 7ਵਾਂ ਪ੍ਰਸ਼ਨ ਹੈ, ਇਟਲੀ ਦਾ ਕਿਹੜਾ ਯਾਤਰੀ ਵਿਜੇਨਗਰ ਸਾਮਰਾਜ ਦੇ ਦੇਵਰਾਏ ਪਹਿਲੇ ਦੇ ਸ਼ਾਸਨ ਕਾਲ ਵਿੱਚ ਆਇਆ ਸੀ। ਦੱਸੋ ਜੀ ਵਿਜੇਨਗਰ 'ਚ ਆਇਆ ਸੀ ਇਟਲੀ ਦਾ ਕਿਹੜਾ ਯਾਤਰੀ ਜਦੋਂ ਦੇਵਰਾਏ ਪਹਿਲੇ ਦਾ ਜਿਹੜਾ ਸੀ ਸ਼ਾਸਨ ਚੱਲਦਾ ਹੈ। ਤਾਂ ਦੱਸੋ ਜੀ ਕਿਹੜਾ ਸੀਗਾ। ਏ ਤੇ ਆਪਣੇ ਕੋਲੇ ਨਿਕੋਲੋ ਕਾਂਟੀ, ਬੀ ਤੇ ਐਲਬਰਟ, ਸੀ ਤੇ ਅਲਬੂ ਜੈਕਸਨ, ਔਰ ਡੀ ਤੇ ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਸਟੂਡੈਂਟਸ ਆਪਣੇ ਕੋਲੇ ਰਾਈਟ ਆਪਸ਼ਨ ਕੀ ਹੋ ਜਾਏਗੀ, ਏ ਆਪਸ਼ਨ ਬਿਲਕੁਲ ਸਹੀ ਹੋ ਜਾਏਗੀ, ਨਿਕੋਲੋ ਕਾਂਟੀ। ਔਰ ਯਾਦ ਰੱਖ ਲੈਣਾ ਸੀਕੁਐਂਸ ਵਾਈਜ਼ ਗੱਲ ਕਰੀਏ ਤਾਂ ਪਹਿਲੇ ਨੰਬਰ ਤੇ ਹਰੀਹਰ ਸੀਗਾ ਸ਼ਾਸਨ 'ਚ, ਠੀਕ ਹੈ ਜੀ। ਫਿਰ ਹਰੀਹਰ ਪਹਿਲਾ ਆ ਜਾਂਦਾ, ਉਸ ਤੋਂ ਬਾਅਦ ਹਰੀਹਰ ਦੂਜਾ ਆ ਜਾਂਦਾ, ਫਿਰ ਆ ਜਾਂਦੇ ਨੇ ਜੀ ਦੇਵਰਾਏ ਪਹਿਲੇ, ਫਿਰ ਦੇਵਰਾਏ ਦੂਜੇ, ਫਿਰ ਆ ਜਾਂਦੇ ਨੇ ਮਲਿਕਾ ਅਰਜੁਨ, ਠੀਕ ਹੈ। ਔਰ ਲਾਸਟ ਤੇ ਜੇਕਰ ਗੱਲ ਕਰੀਏ ਤਾਂ ਉਹ ਕੌਣ ਸੀ, ਵਿਰੂਪਾਕਸ਼। ਤਾਂ ਇਸ ਤਰੀਕੇ ਨਾਲ ਤੁਸੀਂ ਯਾਦ ਰੱਖ ਸਕਦੇ ਹੋ। ਅੱਗੇ ਸਟੂਡੈਂਟਸ ਆਪਣੇ ਕੋਲੇ ਅੱਜ ਦਾ 8ਵਾਂ ਪ੍ਰਸ਼ਨ ਹੈ, ਵਿਜੇਨਗਰ ਸਾਮਰਾਜ ਵਿੱਚ ਕਿਸ ਦੇ ਸ਼ਾਸਨ ਕਾਲ ਵਿੱਚ ਸਿੰਚਾਈ ਲਈ ਅਨੇਕਾਂ ਉਪਰਾਲੇ ਕੀਤੇ। ਦੇਖੋ ਜੀ ਪਾਣੀ ਦੇ ਵਾਸਤੇ ਜਿਹੜੇ ਉਪਰਾਲੇ ਕੀਤੇ ਸੀ ਤਾਂ ਉਹ ਕਿਹੜਾ ਵਿਅਕਤੀ ਸੀਗਾ ਜਿਸ ਨੇ ਜ਼ਿਆਦਾ ਕੀਤੇ ਸੀ। ਆਪਸ਼ਨ ਹੈ ਆਪਣੇ ਕੋਲੇ ਹਰੀਹਰ, ਬੀ ਤੇ ਹੈ ਬੁੱਕਾ, ਸੀ ਤੇ ਹੈ ਦੇਵਰਾਏ, ਤੇ ਡੀ ਤੇ ਹੈ ਇਹਨਾਂ ਵਿੱਚੋਂ ਕੋਈ। ਤਾਂ ਦੇਖੋ ਜੀ ਦੇਵਰਾਏ ਅਜਿਹਾ ਵਿਅਕਤੀ ਸੀ ਜਿਸ ਨੇ ਸਿੰਚਾਈ ਦੇ ਲਈ ਬਹੁਤ ਉਪਰਾਲੇ ਕੀਤੇ ਆ। ਇਹ ਬਹੁਤ ਹੀ ਯੋਗ ਸ਼ਾਸਕ ਹੋਇਆ ਦੇਵਰਾਏ। ਇਸ ਨੇ ਹੋਰ ਵੀ ਬੜੇ ਕੰਮ ਕੀਤੇ ਨੇ। ਹੋਰ ਇਹਨੇ ਕੀ ਕੀਤਾ, ਤੁੰਗਭਦਰਾ ਨਦੀ ਤੇ ਇੱਕ ਬੰਨ ਬਣਵਾ ਦਿੰਦਾ, ਤਾਂ ਉੱਥੋਂ ਜਿਹੜਾ ਪਾਣੀ ਹੈ ਛੋਟੀਆਂ ਨਦੀਆਂ 'ਚ ਡਿਵਾਈਡ ਕੀਤਾ ਜਾਂਦਾ, ਠੀਕ ਹੈ ਜੀ। ਤਾਂ ਇੱਥੋਂ ਡਿਵਾਈਡ ਕਰਕੇ ਖੇਤਾਂ ਦੇ ਵਿੱਚ ਭੇਜਦਾ ਸਿੰਚਾਈ ਦੇ ਵਾਸਤੇ, ਠੀਕ ਹੈ। ਔਰ ਨਾਲ ਹੀ ਇਹਨੇ ਇੱਕ ਹੋਰ ਨਦੀ ਸੀ ਹਰਿੰਦਰ ਨਾਮ ਦੀ ਨਦੀ, ਯਾਦ ਰੱਖ ਲਓ। ਤਾਂ ਉੱਥੇ ਵੀ ਕੀ ਕਰਦਾ, ਇਹ ਬੰਨ ਬਣਵਾਉਂਦਾ। ਅੱਗੇ ਸਟੂਡੈਂਟਸ ਆਪਣੇ ਕੋਲੇ ਅੱਜ ਦਾ 9ਵਾਂ ਪ੍ਰਸ਼ਨ ਹੈ, ਕਿਹੜਾ ਫਾਰਸੀ ਰਾਜਦੂਤ ਵਿਜੇਨਗਰ ਸਾਮਰਾਜ ਦੇ ਦੇਵਰਾਏ ਦੂਜੇ ਦੇ ਸ਼ਾਸਨ ਕਾਲ ਵਿੱਚ ਆਇਆ। ਤਾਂ ਦੱਸੋ ਜੀ ਫਾਰਸੀ ਰਾਜਦੂਤ ਆਇਆ ਸੀਗਾ, ਤਾਂ ਉਹ ਕਿਹੜਾ ਸੀਗਾ ਜੋ ਦੇਵਰਾਏ ਦੂਜੇ ਦੇ ਸ਼ਾਸਨ ਕਾਲ 'ਚ ਆਉਂਦਾ। ਅਬਦੁਲ ਰਜ਼ਾਕ, ਨਿਕੋਲੋ ਕਾਂਟੀ, ਐਲਬਰਟ ਐਲਬਰੂਨੀ। ਤਾਂ ਆਪਣੇ ਕੋਲੇ ਰਾਈਟ ਆਪਸ਼ਨਾਂ ਕੀ ਹੋ ਜਾਣਗੀਆਂ, ਏ ਆਪਸ਼ਨ ਬਿਲਕੁਲ ਸਹੀ ਹੋ ਜਾਏਗੀ, ਠੀਕ ਹੈ ਜੀ, ਅਬਦੁਲ ਰਜ਼ਾਕ, ਠੀਕ ਹੈ ਜੀ। ਅੱਗੇ ਪੜ੍ਹਦੇ ਹਾਂ ਜੀ। ਅੱਗੇ ਸਾਡੇ ਕੋਲੇ ਅੱਜ ਦਾ ਅਗਲਾ ਪ੍ਰਸ਼ਨ ਹੈ ਜੀ, ਕਿਹੜਾ ਤੇਲਗੂ ਕਵੀ, ਹੁਣ ਤੇਲਗੂ ਕਵੀ ਕਿਹਾ ਦੇਵਰਾਏ ਦੂਜੇ ਦੇ ਸ਼ਾਸਨ ਦੇ ਦਰਬਾਰ ਵਿੱਚ ਰਿਹਾ। ਦੱਸੋ ਜੀ ਉਹਦੇ ਦਰਬਾਰ 'ਚ ਕਿਹੜਾ ਕਵੀ ਸੀ ਜਿਹੜਾ ਰਿਹਾ ਸੀ। ਯੁਲਕੂ, ਕਿਉਡੀ, ਸ਼੍ਰੀਨਾਥ, ਜਾਂ ਇਹਨਾਂ ਵਿੱਚੋਂ ਕੋਈ। ਤਾਂ ਆਪਣੇ ਕੋਲੇ ਰਾਈਟ ਆਪਸ਼ਨ ਕੀ ਹੋ ਜਾਏਗੀ, ਸੀ ਆਪਸ਼ਨ ਜਿਹੜੀ ਬਿਲਕੁਲ ਸਹੀ ਹੋ ਜਾਏਗੀ। ਦੇਵਰਾਏ ਦੂਜੇ ਦੇ ਸ਼ਾਸਨ ਦੇ ਵਿੱਚ ਤੇਲਗੂ ਕਵੀ ਹੈ ਜਿਹੜਾ ਸ਼੍ਰੀਨਾਥ ਰਹਿੰਦਾ ਹੈ। ਅੱਗੇ ਵਧਦੇ ਹਾਂ ਜੀ। ਅੱਗੇ ਸਟੂਡੈਂਟਸ ਆਪਣੇ ਕੋਲੇ ਅਗਲਾ ਪ੍ਰਸ਼ਨ ਹੈ 11ਵਾਂ। ਸਟੂਡੈਂਟਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਰਹੋ ਆਪਣੇ WhatsApp ਗਰੁੱਪਸ ਦੇ ਵਿੱਚ,
ਟੈਲੀਗ੍ਰਾਮ ਚੈਨਲਸ ਦੇ ਉੱਪਰ, ਫੇਸਬੁੱਕ ਪੇਜਿਸ ਦੇ ਉੱਪਰ, ਤਾਂ ਕਿ ਵੱਧ ਤੋਂ ਵੱਧ ਲੋੜਵੰਦ ਬੱਚੇ ਜਿਹੜੇ ਸਾਡੇ ਚੈਨਲ ਦੇ ਉੱਪਰ ਜੁੜ ਸਕਣ। ਔਰ ਸਟੂਡੈਂਟ ਇਸ ਨੂੰ ਆਪਣੀ ਜ਼ਿੰਮੇਵਾਰੀ ਜਾਂ ਆਪਣੀ ਫੀਸ ਸਮਝ ਕੇ ਸ਼ੇਅਰ ਕਰਨਾ, ਤਾਂ ਅਸੀਂ ਤੁਹਾਡੇ ਕੋਲੋਂ ਬਿਲਕੁਲ ਵੀ ਚਾਰਜ ਨਹੀਂ ਲੈਂਦੇ। ਹੋਪਸ ਹੋ ਕਿ ਅਸੀਂ ਨਾ ਹੀ ਲਈਏ, ਠੀਕ ਹੈ। ਤਾਂ ਇਸ ਕਰਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕੀਤਾ ਜਾਵੇ। ਵਿਜੇਨਗਰ ਸਾਮਰਾਜ ਵਿੱਚ ਸੰਗਮ ਵੰਸ਼ ਤੋਂ ਬਾਅਦ ਕਿਹੜੇ ਵੰਸ਼ ਦੀ ਸਥਾਪਨਾ ਹੋਈ? ਤਾਂ ਦੱਸੋ ਜੀ, ਕਿਹੜਾ ਵੰਸ਼ ਆਇਆ ਸੀ? ਸਾਲੁਵ, ਸੰਗਮ, ਤੁਲੁਵ ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਕਿਹੜਾ ਵੰਸ਼ ਆ ਗਿਆ ਸੀ ਜੀ? ਸਾਲੁਵ ਆਇਆ ਸੀ। ਸਾਲੁਵ ਤੋਂ ਬਾਅਦ ਕਿਹੜਾ ਆਉਂਦਾ? ਤੁਲੁਵ ਵੰਸ਼ ਆ ਜਾਂਦਾ। ਅੱਗੇ ਵਧਦੇ ਹਾਂ ਜੀ। ਅੱਗੇ ਸਾਡੇ ਕੋਲ ਅੱਜ ਦਾ 12ਵਾਂ ਪ੍ਰਸ਼ਨ ਹੈ, ਸਾਲੁਵ ਵੰਸ਼ ਦੀ ਸਥਾਪਨਾ ਜਿਹੜੀ ਹੈ ਕਿਸ ਨੇ ਕੀਤੀ ਸੀ? ਤਾਂ ਦੱਸੋ ਜੀ, ਸਾਲੁਵ ਵੰਸ਼ ਦੀ ਜਿਹੜੀ ਸਥਾਪਨਾ ਉਹ ਕਿਹਨੇ ਕੀਤੀ ਸੀ? ਆਪਸ਼ਨ ਆਪਣੇ ਕੋਲੇ ਨਰਸਿੰਘ, ਨਰਸਿਮ, ਰਾਜੇਸ਼ਵਰ ਤੇ ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਦੇਖੋ ਜੀ, ਸਾਲੁਵ ਨਰਸਿੰਘ ਸੀ ਜਿਸ ਨੇ ਕਿ ਦੂਜੇ ਰਾਜਵੰਸ਼ ਸਾਲੂ ਵੰਸ਼ ਦੀ ਜਿਹੜੀ ਹੈ ਨੀਂਹ ਰੱਖਦਾ। ਤਾਂ ਇਹ ਕਦੋਂ ਤੋਂ ਲੈ ਕੇ ਕਦੋਂ ਤੱਕ ਚੱਲਦਾ? 1485 ਤੋਂ 1506 ਈਸਵੀ ਤੱਕ, ਠੀਕ ਹੈ ਜੀ, ਜਾਂ 1505 ਵੀ ਕਹਿ ਸਕਦੇ ਹਾਂ। ਅੱਗੇ ਆ ਸਟੂਡੈਂਟਸ, ਆਪਣੇ ਕੋਲੇ ਅਗਲਾ ਪ੍ਰਸ਼ਨ ਹੈ ਅੱਜ ਦਾ, ਸਾਲੂ ਵੰਸ਼ ਤੋਂ ਬਾਅਦ ਕਿਸ ਵੰਸ਼ ਦੀ ਸਥਾਪਨਾ ਹੋਈ? ਤਾਂ ਦੱਸੋ ਜੀ, ਕਿਹਦੀ ਸਥਾਪਨਾ ਜਿਹੜੀ ਹੋਈ ਸੀ? ਸੰਗਮ, ਤੁਲੁਵ, ਰਾਜਸੀ ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਤੁਲੁਵ ਵੰਸ਼ ਹੋਇਆ ਸੀ, ਮੈਂ ਪਹਿਲਾਂ ਵੀ ਪੜ੍ਹਾ ਵੀ ਚੁੱਕਿਆ ਤੁਹਾਨੂੰ। ਔਰ ਕੀਤੀ ਕਿਸ ਨੇ ਸੀ ਸਥਾਪਨਾ? ਇਹ ਸੀਗਾ ਜੀ ਵੀਰ ਨਰਸਿੰਘ। ਵੀਰ ਨਰਸਿੰਘ ਯਾਦ ਰੱਖ ਲਿਓ। ਕਦੋਂ ਤੋਂ ਲੈ ਕੇ ਕਦੋਂ ਤੱਕ ਚੱਲਿਆ ਸੀ? 1505-6 ਤੋਂ ਕਹਿ ਸਕਦੇ ਹਾਂ 65 ਤੱਕ ਚੱਲਿਆ ਸੀਗਾ, ਜਾਂ 5 ਤੋਂ ਜਾਂ 6 ਤੋਂ। ਇਹ ਅਲੱਗ-ਅਲੱਗ ਬੁੱਕਸ ਤੇ ਜਿਹੜੀਆਂ ਡੇਟਸ ਦਾ ਹਮੇਸ਼ਾ ਹੀ ਰੋਲਾ ਜਿਹੜਾ ਹੈ ਰਹਿੰਦਾ। ਅੱਗੇ ਸਟੂਡੈਂਟਸ ਆਪਣੇ ਕੋਲੇ ਅੱਜ ਦਾ 14ਵਾਂ ਪ੍ਰਸ਼ਨ ਹੈ, ਪੁਰਤਗਾਲੀ ਯਾਤਰੀ ਡੋਮਿੰਗੋਸ ਪਿਆਸਕਿਸ, ਇਹ ਜਿਹੜਾ ਸੀ ਪਿਆਸ ਆਣਾ ਸੀ, ਵਿੱਚ ਸਪੇਸ ਆਣਾ ਸੀ, ਕਿਸ ਦੇ ਸ਼ਾਸਨ ਦੌਰਾਨ ਵਿਜੇਨਗਰ ਵਿੱਚ ਆਇਆ? ਤਾਂ ਦੱਸੋ ਜੀ, ਕਿਸ ਦੇ ਸ਼ਾਸਨ ਦੇ ਦੌਰਾਨ ਇਹ ਵਿਜੇਨਗਰ ਚ ਆਉਂਦਾ? ਕ੍ਰਿਸ਼ਨ ਦੇਵ ਰਾਏ ਦੇ, ਜਾਂ ਹਰੀਹਰ ਦੇ, ਬੁੱਕਾ ਦੇ, ਜਾਂ ਦੇਵ ਰਾਏ ਦੇ? ਤਾਂ ਆਪਣੇ ਕੋਲੇ ਸਟੂਡੈਂਟਸ ਇੱਥੇ ਰਾਈਟ ਆਪਸ਼ਨ ਕੀ ਹੋ ਜਾਏਗੀ? ਕ੍ਰਿਸ਼ਨ ਦੇਵ ਰਾਏ ਦੇ, ਠੀਕ ਹੈ। ਇਹਦੇ ਰਾਜ ਦੇ ਵਿੱਚ ਕੀ ਹੈ? ਇਹ ਵਿਜੇਨਗਰ ਚ ਆਉਂਦਾ। ਅੱਗੇ ਹੈ ਜੀ, ਅਸ਼ਟ ਦਿੱਗਜ ਕੀ ਸੀ? ਇਹ ਪੇਪਰ ਚ ਮੋਸਟ ਇੰਪੋਰਟੈਂਟ ਪ੍ਰਸ਼ਨ ਹੈ, ਲਿਖਵਾ ਲਓ, ਕੁਐਸਚਨ ਪੱਕਾ ਹੀ ਆਉਣਾ ਜੀ। ਕੁਐਸਚਨ ਪੱਕਾ ਹੀ ਇਹ ਕੁਐਸਚਨ ਆਉਣਾ ਹੀ ਆਉਣਾ। ਅਸ਼ਟ ਦਿੱਗਜ ਕੀ ਸੀ? ਇਹ ਕੁਐਸਚਨ ਗੱਲ ਮੇਰੀ ਯਾਦ ਰੱਖ ਲਿਓ, ਪੱਕਾ ਹੀ ਪੁੱਛ ਸਕਦੇ ਆ, ਬਹੁਤ ਇੰਪੋਰਟੈਂਟ ਕੁਐਸਚਨ ਹੈ। ਇਹ ਸੀਗਾ ਜੀ 8 ਘੋੜਿਆਂ ਦਾ ਸਮੂਹ, ਜਾਂ 8 ਕਵੀਆਂ ਦਾ, ਜਾਂ 8 ਰਾਜਿਆਂ ਦਾ ਸਮੂਹ। ਤਾਂ ਦੱਸੋ ਜੀ, ਅਸ਼ਟ ਦਿੱਗਜ ਜਿਹੜਾ ਉਹ ਕੀ ਸੀਗਾ? ਤਾਂ ਦੇਖੋ ਜੀ, ਕ੍ਰਿਸ਼ਨ ਰਾਏ ਦਾ ਜਿਹੜਾ ਦਰਬਾਰ ਸੀ, ਉੱਥੇ ਤੇਲਗੂ ਸਾਹਿਤ ਦੇ ਵਧੀਆ ਜਿਹੜੇ ਆਪਾਂ ਕਵਾਂਗੇ ਸਰਵ ਸ਼੍ਰੇਸ਼ਟ ਹੁੰਦੇ ਨੇ, ਚੰਗੇ ਨਿਰੋਲ ਕਵੀ ਸੀਗੇ। ਤਾਂ ਉਹ ਕਵੀ ਸੀਗੇ 8। ਤਾਂ ਇਹਨਾਂ 8 ਕਵੀਆਂ ਦੇ ਸਮੂਹ ਨੂੰ ਕਹਿੰਦੇ ਸੀਗੇ ਅਸ਼ਟ ਦਿੱਗਜ। ਅਸ਼ਟ ਤੋਂ ਭੁਲੇਖਾ ਘੋੜਿਆਂ ਵਾਲਾ ਨਾ ਖਾ ਜਿਓ, ਠੀਕ ਹੈ ਜੀ। ਔਰ ਜੇਕਰ ਗੱਲ ਕਰੀਏ ਤਾਂ ਇਹਨਾਂ ਨੇ ਜਿਹੜਾ ਸੀ ਕਲਾਸਿਕ ਯੁੱਗ ਜਿਹੜਾ ਸੀਗਾ, ਆਪਾਂ ਕਹਿ ਸਕਦੇ ਹਾਂ ਤੇਲਗੂ ਸਾਹਿਤ ਦਾ ਕਲਾਸਿਕ ਯੁੱਗ ਸੀ। ਕਿਹੜਾ? ਕਲਾਸਿਕ, ਠੀਕ ਹੈ ਜੀ। ਕਲਾਸਿਕ ਮਤਲਬ ਟੌਪ ਦਾ ਯੁੱਗ ਆਪਾਂ ਕਹਿ ਸਕਦੇ ਹਾਂ। ਅੱਗੇ ਸਟੂਡੈਂਟਸ ਆਪਣੇ ਕੋਲੇ ਅੱਜ ਦਾ 16ਵਾਂ ਪ੍ਰਸ਼ਨ ਹੈ, ਅਮੁਕਤ ਮਲਿਆਦ। ਅਮੁਕਤ ਮਲਿਆਦ ਦੀ ਜਿਹੜੀ ਰਚਨਾ ਹੈ ਕਿਸ ਨੇ ਕੀਤੀ ਸੀ? ਦੱਸੋ ਜੀ। ਤਾਂ ਇਹ ਹੈਗੀ ਸੀ ਤੇਲਗੂ ਚ, ਯਾਦ ਰੱਖ ਲਿਓ। ਔਰ ਕੀਤੀ ਕਿਸ ਨੇ ਸੀ? ਕ੍ਰਿਸ਼ਨ ਰਾਏ ਨੇ, ਹਰੀਹਰ ਨੇ, ਜਾਂ ਕ੍ਰਿਸ਼ਨ ਦੇਵ, ਦੋਵੇਂ ਆਪਸ਼ਨ ਇੱਕੋ ਹੀ ਪਈਆਂ ਹੋਈਆਂ ਇੱਥੇ, ਜਾਂ ਦੇਵ ਰਾਏ ਨੇ। ਤਾਂ ਦੇਖੋ ਜੀ, ਕ੍ਰਿਸ਼ਨ ਦੇਵ ਰਾਏ ਸੀ ਜਿਸ ਨੇ ਕਿ ਇਸ ਦੀ ਰਚਨਾ ਕੀਤੀ ਸੀ। ਔਰ ਨਾਲ ਹੀ ਇਹਨੇ ਸੰਸਕ੍ਰਿਤ ਵਿੱਚ ਵੀ ਇੱਕ ਰਚਨਾ ਕੀਤੀ ਸੀ ਜਿਸ ਦਾ ਨਾਮ ਸੀਗਾ, ਅੱਗੇ ਆਪਣੇ ਕੋਲ ਕੁਐਸਚਨ ਨਹੀਂ ਪਿਆ, ਚਲੋ ਆਪਾਂ ਕੁਐਸਚਨ ਹੀ ਪੜ੍ਹ ਲੈਂਦੇ ਹਾਂ। ਜਾਮਵਤੀ ਕਰਨਾਯਮ ਦੀ ਰਚਨਾ ਕਿਸ ਨੇ ਕੀਤੀ ਸੀ? ਕ੍ਰਿਸ਼ਨ ਦੇਵ ਰਾਏ, ਹਰੀਹਰ, ਕ੍ਰਿਸ਼ਨ ਦੇਵ ਜਾਂ ਦੇਵ ਰਾਏ? ਤਾਂ ਕ੍ਰਿਸ਼ਨ ਦੇਵ ਰਾਏ ਨੇ ਜਿਹੜੀ ਆ ਰਚਨਾ ਕੀਤੀ ਸੀ ਸੰਸਕ੍ਰਿਤ ਭਾਸ਼ਾ ਦੇ ਵਿੱਚ। ਅੱਗੇ ਸਟੂਡੈਂਟਸ ਆਪਣੇ ਕੋਲ ਅੱਜ ਦਾ 8ਵਾਂ ਪ੍ਰਸ਼ਨ ਹੈ ਜੀ, ਪਾਂਡੂਰੰਗ ਮਹਾਤਮ ਦੀ ਰਚਨਾ ਜਿਹੜੀ ਕਿਸ ਨੇ ਕੀਤੀ ਸੀ? ਤਾਂ ਦੱਸੋ ਜੀ, ਕਿਹਨੇ ਕੀਤੀ ਸੀ? ਕ੍ਰਿਸ਼ਨ ਦੇਵ ਰਾਏ, तेनाली रामकृष्ण कृष्णदेव ਜਾਂ ਦੇਵਰਾਏ ਨੇ। ਤਾਂ ਦੇਖੋ ਜੀ तेनाली रामकृष्ण ਸੀ, ਇਸ ਨੇ ਜਿਹੜੀ ਆ ਰਚਨਾ ਕੀਤੀ ਸੀ।
ਅੱਗੇ ਸਟੂਡੈਂਟਸ ਆਪਣੇ ਕੋਲੇ ਅੱਜ ਦਾ 19ਵਾਂ ਪ੍ਰਸ਼ਨ ਹੈ, ਹਜ਼ਾਰਾ ਅਤੇ ਵਿਠਲ ਸਵਾਮੀ ਮੰਦਿਰ ਦੀ ਸਥਾਪਨਾ ਜਿਹੜੀ ਹੈ ਕਿਸ ਨੇ ਕੀਤੀ ਸੀ? ਤਾਂ ਦੱਸੋ ਜੀ। ਇਹੀ ਬੰਦਾ ਸੀ ਜਿਸ ਨੇ ਕਿ ਅੱਗੇ ਨਾਗਲਪੁਰ ਇੱਕ ਨਵਾਂ ਜਿਹੜਾ ਸੀ ਨਗਰ ਦੀ ਸਥਾਪਨਾ ਕੀਤੀ ਸੀਗੀ, ਠੀਕ ਹੈ। ਤਾਂ ਉਹ ਬੰਦਾ ਲੱਭੋ ਜੀ ਇਹਨਾਂ 'ਚ ਕੌਣ ਸੀ? ਕ੍ਰਿਸ਼ਨ ਦੇਵ ਰਾਏ ਸੀ, ਹਰੀਹਰ ਸੀ, ਜਾਂ ਕ੍ਰਿਸ਼ਨ ਦੇਵ ਕੱਲਾ ਸੀ, ਜਾਂ ਦੇਵ ਰਾਏ ਸੀ? ਤਾਂ ਕ੍ਰਿਸ਼ਨ ਦੇਵ ਰਾਏ ਸੀ। ਇਹ ਆਪਸ਼ਨ ਜਿਹੜੀ ਇੱਥੇ ਬਿਲਕੁਲ ਸਹੀ ਹੋ ਜਾਏਗੀ। ਅੱਗੇ ਸਟੂਡੈਂਟਸ ਆਪਣੇ ਕੋਲੇ ਅੱਜ ਦਾ ਲਾਸਟ ਪ੍ਰਸ਼ਨ ਹੈ, ਕ੍ਰਿਸ਼ਨ ਦੇਵ ਦੀ ਜਿਹੜੀ ਮੌਤ ਹੈ ਕਦੋਂ ਹੋਈ ਸੀ? ਤਾਂ ਦੱਸੋ ਜੀ ਕਦੋਂ ਹੋਈ ਸੀ? 1429 'ਚ, 1529, 1629 ਜਾਂ 1829 'ਚ? ਤਾਂ ਸਟੂਡੈਂਟਸ ਯਾਦ ਰੱਖਣਾ, ਇਸ ਦੀ ਜਿਹੜੀ ਮੌਤ ਹੈ ਨਾ ਉਹ ਹੋਈ ਸੀ 1529 'ਚ। ਔਰ 1829 ਤੋਂ ਤੁਸੀਂ ਕੀ ਯਾਦ ਰੱਖ ਸਕਦੇ ਹੋ? ਸਤੀ ਪ੍ਰਥਾ ਜਿਹੜੀ ਹੈ ਬੈਨ ਹੋਈ ਸੀ, ਠੀਕ ਹੈ ਜੀ। ਲਾਰਡ ਵਿਲੀਅਮ ਬੈਂਟਿਕ ਸੀ, ਉਧਰੋਂ ਰਾਜਾ ਰਾਮ ਮੋਹਨ ਰਾਏ ਸੀ ਹਿੰਦੂਆਂ ਦਾ, ਤਾਂ ਉਹਨਾਂ ਦੇ ਯਤਨਾਂ ਸਦਕਾ ਜਿਹੜੀ ਸਤੀ ਪ੍ਰਥਾ ਭਾਰਤ ਦੇ ਵਿੱਚ ਬੈਨ ਕੀਤੀ ਗਈ ਸੀ। ਸਟੂਡੈਂਟਸ ਇਹ ਸੀਗਾ ਸਾਡਾ ਅੱਜ ਦਾ ਵਿਜੇਨਗਰ ਸਾਮਰਾਜ ਦਾ ਪਹਿਲਾ ਟੌਪਿਕ, ਔਰ ਕੱਲ ਆਪਾਂ ਦੂਜਾ ਟੌਪਿਕ ਵੀ ਇਸ ਦਾ ਵਿਜੇਨਗਰ ਦਾ ਹੀ ਪਾਰਟ 2 ਜਿਹੜਾ ਉਹ ਕੰਪਲੀਟ ਕਰਾਂਗੇ। ਸਟੂਡੈਂਟ ਵੀਡੀਓ ਕਿੱਦਾਂ ਦੀ ਲੱਗਦੀ ਹੈ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ, ਔਰ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਲੋੜਵੰਦ ਬੱਚਿਆਂ ਤੱਕ ਵੱਧ ਤੋਂ ਵੱਧ ਜਿਹੜੀ ਆਪਣੀ ਵੀਡੀਓ ਪਹੁੰਚ ਸਕੇ। ਸੋ ਸਟੂਡੈਂਟਸ, ਕੁੱਬਾਲਰ ਨੌਲੇਜ ਫ੍ਰੀ ਐਡੂਕੇਸ਼ਨਲ ਚੈਨਲ ਵਿੱਚ ਆਉਣ ਲਈ ਤੁਹਾਡਾ ਸਭ ਦਾ ਧੰਨਵਾਦ।